ਵਿਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ ਤੇ ਮੈਂ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਣੀ ਚਾਹਾਂਗਾ ਕਿ ਮੇਰੇ ਮਾਤਾ ਜੀ ਜਿਨ੍ਹਾਂ ਤੋਂ ਮੈਨੂੰ ਵਿਛੜੇ ਆ 25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੀ, ਉਹ ਅੱਜ ਚੜ੍ਹਾਈ ਕਰ ਗਏ ਨੇ ਔਰ ਕੱਲ ਸਵੇਰੇ ਉਹਨਾਂ ਦਾ ਸੰਸਕਾਰ ਹੋਣਾ ਹੈ ਜੀ। ਬੜੀ ਅਫਸੋਸ ਦੀ ਗੱਲ ਹੈ। ਮੈਂ ਇਸ ਪਾਰਟ ਨੂੰ ਇਸ ਲਈ ਨਹੀਂ ਕਿ ਮੈਂ ਕੋਈ ਜਜ਼ਬਾਤੀ ਐਂਗਲ ਤੋਂ ਮੈਂ ਇਹ ਮਹਿਸੂਸ ਕੀਤਾ ਹੈ ਜੀ ਕਿ ਉਹਨਾਂ ਦੀ ਇਹ ਲਾਸਟ ਇੱਛਾ ਰਹੀ, ਚਾਹਨਾ ਰਹੀ ਕਈ ਸਾਲਾਂ ਤੋਂ, ਜਦੋਂ ਵੀ ਕਿਸੇ ਰਾਹੀਂ ਕੋਈ ਸੁਨੇਹਾ ਮਿਲਿਆ ਜਾਂ ਉਹਨਾਂ ਨੇ ਪਹੁੰਚ ਕੀਤੀ ਜੀ ਤੇ ਉਹਨਾਂ ਦੀ ਇਹ ਚਾਹਨਾ ਸੀ ਕਿ ਇੱਕ ਵਾਰ ਮੁਲਾਕਾਤ ਹੋ ਜਾਏ ਜੀ। ਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਕਿਹਾ ਵੀ ਇਸ ਰਸਤੇ ਤੇ ਤੁਸੀਂ ਤੋਰਿਆ ਮਜ਼ਬੂਤੀ ਦੇ ਨਾਲ, ਉਹੀ ਸਿੱਖੀ ਧਾਰਮਿਕ ਵੈਲਿਊਜ਼ ਜਪਜੀ ਪੜ੍ਹਦੇ ਆ ਆਟਾ ਗੁੰਨ ਕੇ ਜਿਵੇਂ ਬਚਪਨ ਦੇ ਵਿੱਚ ਤੁਸੀਂ ਪ੍ਰਤਪਾਲਨਾ ਕੀਤੀ ਜੀ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਬੇਸ਼ੱਕ ਬਹੁਤ ਸਾਰੇ ਮੁਕਾਮ ਆਉਂਦੇ ਨੇ ਜਦੋਂ ਬੰਦਾ ਕਮਜ਼ੋਰੀ ਵੀ ਮਹਿਸੂਸ ਕਰਦਾ ਜੀ ਜੀ। ਪਰ ਇਹ ਇੱਕ ਮਜ਼ਬੂਤੀ ਰਹੀ ਕਿ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਦ੍ਰਿੜਤਾ ਦੇ ਨਾਲ ਆਪਣੇ ਰਸਤੇ ਤੇ ਤੁਰਨ ਦਾ, ਖਲੋਣ ਦਾ ਬਲ ਦਿੱਤਾ ਜੀ। ਸੋ ਮੈਂ ਅੱਜ ਦੇ ਵਿਚਾਰ ਲਈ ਜਿਹੜਾ ਅਕਸਰ ਅਸੀਂ ਸੋਹਲੇ ਦੀ ਬਾਣੀ ਦੇ ਵਿੱਚ, ਬੇਸ਼ੱਕ ਸੋਹਲਾ ਇਵੇਂ ਹੀ ਹੈ ਜਿਵੇਂ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਦੇ ਨਾਲ ਹੁੰਦੀ ਹੈ ਜੀ, ਜਪਜੀ ਦੇ ਨਾਲ ਹੁੰਦੀ ਹੈ, ਤੇ ਸੋਹਲਾ ਦਿਨ ਦਾ ਐਂਡ ਹੈ ਜੀ। ਔਰ ਜਿਸ ਤਰ੍ਹਾਂ ਜਿਹੜਾ ਸੂਰਜ ਚੜ੍ਹਦਾ ਹੈ ਉਹ ਡੁੱਬਦਾ ਹੈ ਜ਼ਰੂਰ, ਜੀ ਜੀ। ਇਸੇ ਤਰ੍ਹਾਂ ਜਿਹੜਾ ਜੀਵਨ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਂਦਾ ਹੈ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਜਿਹੜਾ ਆਇਆ ਉਸਨੇ ਜਾਣਾ ਹੁੰਦਾ ਜੀ। ਬਿਲਕੁਲ। ਲੇਕਿਨ ਇਹ ਸੋਹਲਾ ਜਿੱਥੇ ਸਾਡੇ ਦਿਨ ਦੀ ਸਮਾਪਤੀ ਹੈ, ਉੱਥੇ ਜਦੋਂ ਅਸੀਂ ਅਖੀਰ ਵੇਲੇ ਪ੍ਰਾਣੀ ਨੂੰ ਅਗਨ ਭੇਟ ਕਰਦੇ ਹਾਂ ਤਾਂ ਉਸ ਤੋਂ ਬਾਅਦ ਵੀ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ ਜੀ ਕਿ ਇਹ ਜੀਵਨ ਦੀ ਜਿਹੜੀ ਯਾਤਰਾ ਹੈ ਇਸ ਦਾ। ਔਰ ਬੜੀ ਖੂਬਸੂਰਤ ਗੱਲ ਇਹ ਹੈ ਕਿ ਜਿਉਂ-ਜਿਉਂ ਅਸੀਂ ਸੋਹਲੇ ਦਾ, ਔਰ ਖ਼ਾਸ ਤੌਰ 'ਤੇ ਜਿਹੜਾ ਉਹਦਾ ਪਹਿਲਾ ਸ਼ਬਦ ਹੈ ਉਹ ਪੜ੍ਹਦੇ ਹਾਂ, ਹਾਲਾਂਕਿ ਇਸ ਨੂੰ ਜੋੜਿਆ ਤਾਂ ਸਿਰਫ ਵਿਛੋੜੇ ਦੇ ਨਾਲ ਜਾਂਦਾ ਹੈ ਜੀ, ਪਰ ਉਹ ਸਾਰੇ ਦਾ ਸਾਰਾ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਗੱਲ ਹੈ ਜੀ। ਔਰ ਸੋਹਲਾ ਇਨਫੈਕਟ ਸਾਡੀ ਪੰਜਾਬੀ ਦੇ ਵਿੱਚ ਸੁਹਾਗ ਗੀਤ ਨੂੰ ਕਿਹਾ ਜਾਂਦਾ ਹੈ। ਜਿਹੜਾ ਵਿਆਹ ਦੇ ਮੌਕੇ, ਜਾਂ ਅਸੀਂ ਕਈ ਵਾਰੀ ਪੰਜਾਬੀ 'ਚ ਵੀ ਕਹਾਂਗੇ ਕਿ ਜੀ ਫਲਾਣਾ ਤਾਂ ਉਹਦੇ ਬੜੇ ਸੋਹਲੇ ਗਾਉਂਦਾ, ਸਿਫਤ ਦੇ ਸੈਂਸ ਦੇ ਵਿੱਚ ਇਸਤੇਮਾਲ ਹੁੰਦੇ। ਸੋ ਇਹ ਸ਼ਬਦ ਹੈ ਸੋਹਲੇ ਦਾ ਪਹਿਲਾ ਜੀ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਲਾ ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਜੀ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਹੁਣ ਇਹ ਗੱਲ ਨਿਰੰਕਾਰ ਦੇ ਨਾਲ ਮਿਲਣ ਦੀ ਹੈ, ਨਿਰੰਕਾਰ ਦਾ ਸੋਹਿਲ ਹੈ, ਉਸ ਦੀ ਉਸਤਤ ਦੀ ਗੱਲ ਹੈ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ, ਕਿ ਜਿੱਥੇ ਨਿਰੰਕਾਰ ਦੀ ਕੀਰਤ ਗਾਈ ਜਾਂਦੀ ਹੈ ਜੀ, ਕਰਤੇ ਦੀ ਵਿਚਾਰ ਹੁੰਦੀ ਹੈ, ਉੱਥੇ ਹੀ ਇਹ ਸੋਹਿਲਾ ਗਾਇਆ ਜਾਂਦਾ ਹੈ। ਯਾਨੀ ਭਾਵ ਇਹ ਹੈ ਕਿ ਨਿਰੰਕਾਰ ਦੀ ਸਿਫਤ ਸਲਾਹ, ਨਿਰੰਕਾਰ ਦੀ ਯਾਦ, ਨਿਰੰਕਾਰ ਦਾ ਸਿਮਰਨ, ਇਹ ਸੋਹਿਲਾ, ਇਹ ਗੀਤ ਹੈ। ਔਰ ਜਿੱਥੇ ਉਹ ਹੈ, ਜਿਸ ਇਹ ਘਰ ਸਿਰਫ ਇੱਕ ਬ੍ਰਿਕ ਮੋਡਰ ਸਟਰਕਚਰ ਨਹੀਂ, ਬਾਡੀ ਦੀ ਸੈਂਸ 'ਚ ਵੀ ਹੈ ਜੀ। ਜਿੱਥੇ ਰੱਬ ਦੀ ਸਿਫਤ ਸਲਾਹ ਹੈ, ਜਿਵੇਂ ਅਸੀਂ ਬਾਡੀ ਦੀ ਸੈਂਸ 'ਚ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਹੁਣ ਜਿਉ ਸਾਡੀ ਰੂਹ ਹੈ, ਪਿੰਡ ਸਾਡੀ ਬਾਡੀ ਹੈ। ਜੀ। ਸੋ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਹੁਣ ਉਸ ਸਿਰਜਣਹਾਰ ਨੂੰ ਸਿਮਰਨਾ, ਉਸ ਨੂੰ ਯਾਦ ਕਰਨਾ, ਉਸ ਦੀ ਸਿਫਤ ਸਲਾਹ 'ਚ ਜੀਵਨ ਬਿਤਾਉਣਾ ਜੀ। ਉਸ ਦੇ ਜਿਹੜੇ ਪੜਾਅ ਨੇ, ਜਦੋਂ ਅਸੀਂ ਜੀਵਨ ਦੇ ਵਿੱਚ ਬਚਪਨ, ਜਵਾਨੀ, ਬੁਢਾਪਾ, ਇਹ ਹਕੀਕਤ ਹੈ ਜ਼ਿੰਦਗੀ ਨੂੰ
ਔਰ ਇਹ ਅਕਸਰ ਜਿਹੜਾ ਬੁੱਧ ਦੇ ਹਵਾਲੇ ਨਾਲ ਵੀ ਕਈ ਥਾਂ ਤੇ ਲਿਖਿਆ ਹੈ ਕਿ ਇੱਕ ਥਾਂ ਤੇ ਜਿੱਥੇ ਉਹ ਬੈਠਾ ਸੀ, ਇੱਕ ਲੇਡੀ ਆਈ, ਉਹ ਬੜਾ ਵਰਲਾਪ ਕਰ ਰਹੀ ਸੀ। ਉਹਨੇ ਕਿਹਾ ਕਿ ਜੀ ਕੀ ਹੈ? ਉਹਨੇ ਕਿਹਾ ਜੀ ਮੇਰਾ ਪੁੱਤਰ ਚਲਾ ਗਿਆ ਜੀ। ਤਾਂ ਉਹਨੇ ਉਹਨੂੰ ਕਿਹਾ ਕਿ ਜੀ ਅੱਛਾ, ਤੁਸੀਂ ਬੜੇ ਮਹਾਤਮਾ ਹੋ, ਬੜੇ ਮਹਾਂਪੁਰਖ ਹੋ, ਤਾਂ ਇਹਨੂੰ ਜਿਉਂਦਾ ਕਰੋ। ਉਹਨੇ ਕਿਹਾ ਜੀ ਠੀਕ ਹੈ, ਪਰ ਤੂੰ ਐਵੇਂ ਕਰ, ਸਰੋਂ ਮੈਨੂੰ ਲਿਆ ਕੇ ਦੇ ਕਿਸੇ ਵੀ ਘਰ ਚੋਂ, ਪਰ ਉਸ ਘਰੋਂ ਲਿਆਈ ਜਿਸ ਘਰ 'ਚ ਕਦੇ ਕੋਈ ਮਰਿਆ ਨਾ ਹੋਏ। ਸੋ ਐਜ਼ ਦਾ ਸਟੋਰੀ ਗੋਜ਼ ਕਿ ਉਹ ਗਈ, ਆ ਗਈ, ਕਹਿੰਦਾ ਜੀ ਐਸਾ ਤਾਂ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਜੀ ਵੀ ਫਿਰ ਇਹ ਹਕੀਕਤ ਹੈ ਜੀ, ਮੌਤ ਸੱਚ ਹੈ। ਔਰ ਅਸੀਂ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਸ਼ਾਇਦ ਸਿਆਲਕੋਟ ਸ਼ਹਿਰ ਨਾਲ ਜੁੜੀ ਹੋਈ ਉਹਨਾਂ ਦੇ ਜੀਵਨ ਦੀ ਇਹ ਸਾਖੀ ਹੈ ਕਿ ਉਹਨਾਂ ਨੇ ਭਾਈ ਮਰਦਾਨੇ ਨੂੰ ਭੇਜਿਆ ਕਿ ਜਾ ਭਾਈ ਸ਼ਹਿਰ ਚੋਂ 2 ਪੈਸੇ ਦਿੱਤੇ, ਟਕਾ ਦਿੱਤਾ ਕਿ 1 ਪੈਸੇ ਦਾ ਸੱਚ ਦਾ ਝੂਠ ਲੈ। ਭਾਈ ਮਰਦਾਨਾ ਹੱਟੀ ਹੱਟੀ ਫਿਰਿਆ, ਕਿਸੇ ਜਿਹਦੇ ਕੋਲ ਜੋ ਸਮਾਨ ਸੀ ਉਹਨੇ ਉਹੀ ਦੇਣ ਦਾ ਇਕਰਾਰ ਕੀਤਾ ਕਿ ਜੀ ਆਹੀ ਹੈ, ਆ ਲੈ ਜਾ। ਸੋ ਇੱਕ ਨੇ ਉਹ ਰੱਖ ਲਿਆ ਟਕਾ ਤੇ ਲਿਖ ਦਿੱਤਾ ਉੱਤੇ, ਮਰਨਾ ਸੱਚ ਤੇ ਜੀਣਾ ਝੂਠ। ਹੁਣ ਜਦੋਂ ਅਸੀਂ ਇਸ ਹਕੀਕਤ ਵੱਲ ਦੇਖਦੇ ਹਾਂ ਜ਼ਿੰਦਗੀ ਦੀ, ਬੇਸ਼ੱਕ ਸਾਡੇ ਪਰਿਵਾਰਜਨ, ਪਿਆਰੇ, ਸਾਡੇ ਦੋਸਤ, ਸਖੇ ਜਾਂ ਸਖੇ ਜਦੋਂ ਵਿਛੜਦੇ ਨੇ ਤੇ ਦੁੱਖ ਤਾਂ ਉਸ ਨੂੰ ਤੁਸੀਂ ਜਜ਼ਬਾਤੀ ਤੌਰ ਤੇ, ਅਸੀਂ ਸਾਰੇ ਐਮੋਸ਼ਨਲ ਬੀਇੰਗ ਹੈ, ਅਸੀਂ ਮਹਿਸੂਸ ਕਰਦੇ ਹਾਂ। ਪਰ ਜਦੋਂ ਤੁਸੀਂ ਗੁਰੂ ਦੇ ਆਸ਼ੇ ਵੱਲ ਦੇਖਦੇ ਹੋ, ਜਦੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਇਹ ਜਿਹੜੀ ਗੱਲ ਹੈ, ਹਕੀਕਤ ਹੈ ਜ਼ਿੰਦਗੀ ਦੀ, ਕਿ ਹਰ ਚੀਜ਼ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਕਿ ਕੋਈ ਅੱਜ ਚਲੀ ਗਈ, ਕੋਈ ਕੱਲ ਚਲੀ ਗਈ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇਹ ਹਕੀਕਤ ਸਾਨੂੰ ਜੇ ਅਸੀਂ ਨਹੀਂ ਵੀ ਮੰਨਦੇ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਮੰਨਣ, ਜਿਹੜਾ ਅੰਦਰੂਨੀ ਤੌਰ ਦੇ ਉੱਤੇ ਅਸੀਂ ਜਿੱਥੇ ਵੀਕ ਹੈ, ਜਿਹਦੇ ਉਹਦੇ 'ਚ ਗੁਰੂ ਸਾਹਿਬ ਦਾ ਇੱਕ ਸ਼ਲੋਕ ਹੈ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਕਿ ਭਲੇ ਲੋਕੋ ਸਾਧੋ, ਇਹ ਜਿਹੜੀ ਕ੍ਰੀਏਸ਼ਨ ਹੈ, ਰਚਨਾ ਹੈ, ਨਿਰੰਕਾਰ ਨੇ ਕੀਤੀ ਹੈ ਪਰ ਇਹਦੇ 'ਚ ਜਿਹੜੀ ਸਭ ਤੋਂ ਅਚਰਜ ਗੱਲ ਹੈ, ਜਿਹੜਾ ਸਰਪ੍ਰਾਈਜ਼ ਹੈ ਇਸ ਸਾਰੇ ਦਾ, ਕਿ ਇੱਕ ਮਰ ਰਿਹਾ, ਇੱਕ ਬਿਨਸੈ, ਇੱਕ ਅਸਥਿਰ ਮਨ ਹੈ। ਜਿਹੜਾ ਦੂਜਾ ਖੜਾ ਹੈ ਉਹ ਸਮਝਦਾ ਵੀ ਮੈਂ ਨਹੀਂ ਮਰਨਾ ਹੈ। ਅਚਰਜ ਲਖਿਓ ਨਾ ਜਾਏ। ਜਿਹੜੀ ਇਸ ਗੱਲ ਦਾ ਅਚਰਜ ਹੈ ਉਹ ਇਹ ਹੈ ਕਿ ਅਸੀਂ ਮੌਤ ਨੂੰ ਆਪਣੇ ਆਲੇ ਦੁਆਲੇ ਦੇਖਦੇ ਹਾਂ, ਮੰਡਰਾ ਰਹੀ ਹੈ। ਜਿਵੇਂ ਕਿਤੇ ਸਿਰ ਤੇ ਆ ਜਾਂਦੀ ਹੈ, ਕਦੋਂ ਆ ਜਾਂਦੀ ਹੈ, ਕਦੇ ਛੋਟਾ ਨਹੀਂ, ਕੋਈ ਵੱਡਾ ਨਹੀਂ। ਜਿਵੇਂ ਬਾਬੇ ਬੁੱਢੇ ਦਾ ਪਹਿਲਾ ਮੁਕਾਮ ਹੀ ਗੁਰੂ ਨਾਨਕ ਸਾਹਿਬ ਨਾਲ ਪਹਿਲੀ ਮੁਲਾਕਾਤ ਹੀ ਇਸ ਤੋਂ ਹੁੰਦੀ ਹੈ ਕਿ ਉਹ ਸਵਾਲ ਪੁੱਛਦਾ ਹੈ ਗੁਰੂ ਸਾਹਿਬ ਤੋਂ, ਜੀ ਜ਼ਿੰਦਗੀ ਕੀ ਹੈ, ਜੇ ਮਰਨਾ ਹੈ ਤੇ ਜ਼ਿੰਦਗੀ ਮਿਲੀ ਕਿਉਂ? ਤੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਹੈ ਤਾਂ ਤੂੰ ਬੱਚਾ ਹੈ, ਪਰ ਗੱਲਾਂ ਬੁੜਿਆਂ ਵਾਲੀਆਂ ਕਰਦਾ। ਉਹਨਾਂ ਨੇ ਕਿਹਾ ਜੀ ਜਦੋਂ ਮੇਰੀ ਮਾਂ ਅੱਗ ਬਾਲਦੀ ਹੈ ਤਾਂ ਸਭ ਤੋਂ ਥੱਲੇ ਪਹਿਲਾਂ ਛੋਟੀਆਂ ਲੱਕੜਾਂ ਰੱਖਦੀ ਹੈ, ਉਹਦੇ ਤੇ ਵੱਡੀਆਂ ਚਿਣਦੀ ਆ, ਉਹ ਤੇ ਵੱਡੀਆਂ ਚਿਣਦੀ ਆ, ਤੇ ਅੱਗ ਪਹਿਲਾਂ ਛੋਟੀਆਂ ਨੂੰ ਪੈਂਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਕੀ ਪਤਾ ਕਦੋਂ ਮੌਤ ਆ ਜਾਏ। ਸੋ ਮੈਂ ਸਮਝਦਾ ਵੀ ਸਾਡੇ ਲਈ ਗੁਰੂ ਦੀ ਸਿੱਖਿਆ, ਜਿਹਦੇ 'ਚ ਜਦੋਂ ਅਸੀਂ ਆਪਣੇ ਵਿਛੜੇ ਜਨਾਂ ਦੇ ਲਈ ਵੀ ਮੰਗਦੇ ਹਾਂ ਗੁਰੂ ਤੋਂ, ਕਿਉਂਕਿ ਇਹ ਇੱਕ ਹਕੀਕਤ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਕਿ ਜੇ ਅਸੀਂ ਕੋਈ ਅਸੀਸ ਦੇ ਸਕਦੇ ਹਾਂ, ਸੰਬਤ ਵੀ ਲਿਖਿਆ ਹੋਇਆ ਹੈ, ਸਾਹਾ ਵੀ। ਹੁਣ ਸਾਹਾ ਵਿਆਹ ਦੇ ਹਵਾਲੇ ਨਾਲ ਹੁੰਦਾ ਹੈ ਜੀ, ਸਾਹਾ ਕੱਢਿਆ ਜੀ, ਸੰਬਤ ਵੀ। ਔਰ ਇਹ ਜਿਹੜਾ ਮਿਲਣ ਹੈ ਨਿਰੰਕਾਰ ਦੇ ਨਾਲ, ਜਾਂ ਜਿਸ ਨੂੰ ਅਸੀਂ ਆਨੰਦ ਕਾਰਜ, ਬੇਸ਼ੱਕ ਵਰਲਡਲੀ ਸੈਂਸ ਚਲਾਵਾਂ, ਅਸੀਂ ਦੁਨਿਆਵੀ ਜੀਵਾਂ ਨੂੰ ਸਾਹਮਣੇ ਰੱਖ ਕੇ ਐਕਸਪਲੇਨ ਕਰਦੇ, ਪਰ ਹੈ ਤਾਂ ਇਹ ਉਸ ਨਿਰੰਕਾਰ ਦੇ ਨਾਲ ਮਿਲਣ ਦੀ ਗੱਲ। ਉਸ ਦੇ 4 ਜਿਹੜੇ ਨੇ ਉਹ ਪੜਾਅ ਨੇ, 4 ਲਾਵਾਂ 'ਚ ਜਿਹੜੇ ਅਸੀਂ ਉਸ ਨੂੰ ਗਾਉਂਦੇ। ਔਰ ਇਸੇ ਤਰ੍ਹਾਂ ਜਿਹੜਾ ਨਿਰੰਕਾਰ ਦੇ ਨਾਲ ਮਿਲਣਾ ਹੈ, ਚਲੇ ਜਾਣਾ ਵੀ ਹੈ ਦੁਨੀਆ ਤੋਂ, ਇਹ ਠੀਕ ਹੈ, ਰਿਸ਼ਤੇ ਬਣਦੇ ਨੇ, ਉਹਨਾਂ ਦਾ ਇੱਕ ਆਪਣਾ ਜਿਹੜਾ ਇੱਕ ਦਾਇਰਾਕਾਰ ਹੁੰਦਾ ਹੈ। ਮਾਂ ਦਾ ਰਿਸ਼ਤਾ ਨੋ ਡਾਊਟ ਦੁਨੀਆ ਦੇ ਵਿੱਚ ਰੱਬ ਤੋਂ ਬਾਅਦ ਮਾਤਾ ਪਿਤਾ ਦੇ ਹਵਾਲੇ ਨਾਲ, ਮੈਂ ਪਿਛਲੇ ਵੀਕਐਂਡ ਮੈਰੀਲੈਂਡ ਸੀ ਇੱਕ ਯੂਥ ਕੈਂਪ ਦੇ ਵਿੱਚ, ਔਰ ਉਸ ਕੈਂਪ ਦਾ ਥੀਮ ਸ਼ੁਕਰਾਨਾ ਸੀ। ਮੈਂ ਉਹਨਾਂ ਦੇ ਕੈਂਪ ਆਰਗੇਨਾਈਜ਼ਰ ਨੂੰ ਪੁੱਛਿਆ ਵੀ ਤੁਸੀਂ ਸ਼ੁਕਰਾਨਾ, ਉਹਨਾਂ ਨੇ ਮੈਨੂੰ 1 ਘੰਟਾ ਬੋਲਣ ਲਈ ਕਿਹਾ ਹੈ। ਉਹਨਾਂ ਦੇ ਨਾਲ ਇੰਟਰੈਕਸ਼ਨ ਸੀ ਯੂਥ ਨਾਲ, ਤੇ ਮੈਂ ਕਿਹਾ ਕਿ ਤੁਸੀਂ ਕੀ ਚਾਹੁੰਦੇ ਹੋ ਵੀ ਸ਼ੁਕਰਾਨੇ 'ਚ ਕੀ ਹੈ? ਉਹਨਾਂ ਨੇ ਕਿਹਾ ਜੀ ਵੈਸੇ ਅਸੀਂ, ਕਿਉਂਕਿ ਇੱਥੋਂ ਦੀ ਸਾਰੀ ਜਨਰੇਸ਼ਨ ਮਾਪਿਓ ਪ੍ਰਤੀ ਪੂਰੀ ਸੁਚੇਤ ਨਹੀਂ ਹੈ,
ਤੇ ਉਹਨਾਂ ਤੋਂ ਡਿਸਟੈਂਸ ਵੀ ਹੈ, ਤੇ ਅਸੀਂ ਇਹ ਚਾਹੁੰਦੇ ਹਾਂ ਵੀ ਰੱਬ ਦਾ ਸ਼ੁਕਰਾਨਾ ਤਾਂ ਹੈ। ਫਿਰ ਮਾਤਾ ਪਿਤਾ ਦੀ ਗੱਲ ਹੋਏ ਤੇ ਮੈਂ ਆਪਣਾ ਥੀਮ ਉਸ ਲੈਕਚਰ ਦਾ ਇਹ ਸ਼ੁਕਰਾਨੇ ਤੇ ਹੀ ਸੀ, ਔਰ ਇਹ ਗੱਲ ਮੈਂ ਕਿਹਾ ਵੀ ਪਹਿਲਾ ਕਿਰਤਕਾਣ ਉਹ ਹੁੰਦਾ ਹੈ ਜੀ ਜਿਹੜਾ ਰੱਬ ਤੋਂ ਮੁਨਕਰ ਹੁੰਦਾ ਹੈ, ਕਿਉਂਕਿ ਰੱਬ ਸਾਨੂੰ ਦੁਨੀਆ 'ਚ ਭੇਜਣ ਦਾ ਮੂਲ ਕਾਰਨ ਹੈ। ਜੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੈ ਪ੍ਰਸਾਦ ਬਸੇ ਸੁਖ ਮੰਦਰ, ਫਿਰ ਸਾਰੇ ਜੋ ਰੱਬ ਨੇ ਦਿੱਤੇ। ਜੀ ਤੇ ਦੂਸਰਾ ਫਿਰ ਮਾਪਿਓ ਹੁੰਦੇ ਨੇ। ਸੋ ਜਿਹੜੇ ਆਪਣੇ ਮਾਤਾ ਪਿਤਾ ਪ੍ਰਤੀ ਅਕਿਰਤਕਣਤਾ ਰੱਖਦੇ ਨੇ, ਬੁਢਾਪੇ ਦੇ ਵਿੱਚ ਤੁਸੀਂ ਉਹਨਾਂ ਨੂੰ ਛੱਡ ਦਿਓ, ਉਹਨਾਂ ਦੀ ਸਾਂਭ ਸੰਭਾਲ ਨਾ ਕਰੋ, ਜੀ ਇਹ ਵੀ ਇੱਕ ਅਕਿਰਤਕਣਤਾ ਦੀ ਲਾਈਨ ਹੈ। ਤੇ ਫਿਰ ਸਾਡਾ ਫਰਜ਼ ਜਿਹੜਾ ਹੈ ਉਹ ਸ਼ੁਕਰਾਨੇ ਦਾ ਆਪਣੀ ਕੌਮ ਪ੍ਰਤੀ ਹੁੰਦਾ ਹੈ, ਜਿਨ੍ਹਾਂ ਨੇ ਸਾਨੂੰ ਜਿਹੜਾ ਜੇ ਅਸੀਂ ਇਤਿਹਾਸ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਤਾਂ ਅਸੀਂ ਰਿਮੈਂਬਰ ਕਰਦੇ ਹਾਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ। ਹੁਣ ਇਹ ਉਹ ਸਾਰੇ ਨੇ ਜਿਨ੍ਹਾਂ ਨੂੰ ਅਸੀਂ ਉਹ ਕਰਦੇ, ਉਹ ਇਤਿਹਾਸ ਦੀ ਰੈਪੀਟੀਸ਼ਨ ਹੈ। ਇਸੇ ਲਈ ਕੌਮ ਦੀ ਅਣਖ ਲਈ, ਕੌਮ ਦੇ ਲਈ ਆਪਣੇ ਆਪ ਨੂੰ ਅੱਗੇ ਲਿਆਉਣਾ, ਇਹ ਸਾਡਾ ਮੁੱਢਲਾ ਮੈਂ ਸਮਝਦਾ ਹਾਂ ਕਿ ਅਧਿਆਤਮਕ ਔਰ ਸਾਡਾ ਧਾਰਮਿਕ ਫਰਜ਼ ਹੈ। ਸੋ ਅੱਜ ਦੇ ਇਸ ਵਿਚਾਰ ਨੂੰ ਸਮੇਟਦੇ ਹਾਂ ਗੁਰੂ ਚਰਨਾਂ 'ਚ ਇਹੀ ਅਰਦਾਸ ਹੈ ਕਿ ਸਤਿਗੁਰੂ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਕਿ ਸਤਿਗੁਰੂ ਕਿਰਪਾ ਕਰਨ ਔਰ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਜਿਸ ਰਸਤੇ ਤੇ ਉਹਨਾਂ ਨੇ ਤੋਰਿਆ ਹੈ ਅਖੀਰਲੇ ਸਾਹ ਤੱਕ ਮਜ਼ਬੂਤੀ ਨਾਲ, ਸਾਬਤ ਕਦਮਾਂ ਨਾਲ ਇਸ ਰਸਤੇ ਤੇ ਤੁਰੇ ਰਹੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@v84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।